ਕੀ ਤੁਸੀਂ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਹੋ? ਕਾਲ ਹਾਸ਼ਮੀ ਲਾਅ ਫਰਮ। ਇਹ ਪਰਸਨਲ ਇੰਜਰੀ ਅਤੇ ICPC ਕੇਸਿਸ ਦੇ ਮਾਹਰ ਹਨ। ਡਾਇਨਾਮਿਕ, ਤਜਰਬੇਕਾਰ ਅਤੇ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਨੂੰ ਅੱਜ ਹੀ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 604 599 2900 ਤੇ। ਸਾਨੂੰ ਪਤਾ ਹੈ ਤੁਹਾਡੇ ਉੱਤੇ ਕੀ ਗੁਜ਼ਰ ਰਹੀ ਹੈ, ਅਸੀਂ ਤੁਹਾਡੇ ਨਾਲ ਹਾਂ। ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ ਜੋ ਹਰ ਕਿਸਮ ਦੀਆਂ ਦੰਦਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਦੇ ਹਨ। ਆਰਥੋਕੈਡ IQ ਦੇ ਕੰਪਿਊਟਰ ਗਾਈਡਡ ਸਿਸਟਮ ਨਾਲ ਆਪਟੀਮਲ ਬ੍ਰੈਕਟ ਪਲੇਸਮੈਂਟ ਕਰਦੇ ਹਨ। ਮਿਨੀ ਸਟੇਨਲੈਸ ਸਟੀਲ ਬ੍ਰੇਸਿਸ, ਗੋਲਡ ਬ੍ਰੇਸਿਸ, ਕਲੀਅਰ ਬ੍ਰੇਸਿਸ ਤੇ ਇਨਵਿਸਲਾਈਨ ਸਿਸਟਮ ਵੀ ਉਪਲਬਧ ਹੈ। ਜੇਕਰ ਬੱਚਿਆਂ ਨੂੰ ਖਾਣਾ ਚਬਾਉਣ ਵਿੱਚ ਮੁਸ਼ਕਿਲ ਆਉਂਦੀ ਹੈ, ਸਪੀਚ ਪ੍ਰੋਬਲਮਸ ਜਾਂ ਐਬਨੋਰਮਲ ਬਾਈਟਸ ਹਨ ਤਾਂ ਪਹੁੰਚੋ ਡਾਕਟਰ ਅਲੀ ਕਨਾਨੀ ਕੋਲ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਇਲਾਜ ਕਰਾਓ ਤੇ 에ਅਰ ਮਾਈਲਸ ਵੀ ਪਾਓ। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਸੈਗਮੈਂਟ ਵਿੱਚ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਦੇ ਉਸ ਦੀ ਬੜੀ ਅਹਿਮੀਅਤ ਹੈ। ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਇਹ ਸ਼ਬਦ ਤਾਂ ਅਸੀਂ ਪੜ੍ਹ ਲੈਂਦੇ ਹਾਂ, ਪਰ ਕੀ ਹਕੀਕਤ ਵਿੱਚ ਸਿੱਖੀਜ਼ਮ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਹੈ? ਅੱਜ ਇਸ ਸੰਬੰਧ ਵਿੱਚ ਆਓ ਗੱਲਬਾਤ ਕਰਦੇ ਹਾਂ ਸਰਦਾਰ ਹਰਮਨਪ੍ਰੀਤ ਸਿੰਘ ਨਾਲ। ਇੱਕ ਯੰਗ ਕਥਾਵਾਚਕ ਹਨ, ਦੁਨੀਆ ਭਰ ਵਿੱਚ ਜਾ ਕੇ ਇਹ ਸਿੱਖੀ ਸਿਧਾਂਤ ਦੀ ਗੱਲਬਾਤ ਕਰਦੇ ਨੇ ਤੇ ਹਰ ਇੱਕ ਕਿਸੇ ਨੂੰ ਇਹੀ ਪ੍ਰੇਰਨਾ ਕਰਦੇ ਨੇ ਕਿ ਆਓ ਇੱਕੋ ਫਲੈਗ ਥੱਲੇ ਇਕੱਠੇ ਹੋਈਏ, ਯਾਨੀ ਕਿ ਅਕਾਲ ਤਖਤ ਨੂੰ ਸਮਰਪਿਤ ਹੋਈਏ ਤੇ ਗੁਰੂ ਦਾ ਜੋ ਸਿਧਾਂਤ ਹੈ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਆਓ ਗੱਲਬਾਤ ਕਰਦੇ ਹਾਂ ਕਿ ਸਿੱਖੀਜ਼ਮ ਵਿੱਚ ਇੱਕ ਲੇਡੀ ਜੋ ਹੈ ਉਸ ਨੂੰ ਕੀ ਬਰਾਬਰਤਾ ਦਿੱਤੀ ਗਈ ਅਤੇ ਕੀ ਗੁਰੂ ਸਾਹਿਬ ਨੇ ਕਦੀ ਜਾਤ ਪਾਤ ਦੇ ਆਧਾਰ ਦੇ ਉੱਤੇ ਜਾਂ ਕਦੀ ਕਿ ਇਹ ਇਸਤਰੀ ਹੈ ਜਾਂ ਮਰਦ ਹੈ, ਕਦੀ ਕੋਈ ਇਹੋ ਜਿਹਾ ਡਿਫਰੈਂਸ਼ੀਏਟ ਕੀਤਾ ਸੀ? ਆਓ ਸਵਾਗਤ ਕਰਦੇ ਹਾਂ ਹਰਮਨਪ੍ਰੀਤ ਸਿੰਘ ਦਾ। ਜੈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਇਹ ਜਿਹੜੀ ਮੈਂ ਗੱਲ ਅੱਜ ਟੌਪਿਕ 'ਤੇ ਗੱਲਬਾਤ ਕਰਨ ਜਾ ਰਿਹਾ ਕਿ ਅਸੀਂ ਕਹਿ ਤਾਂ ਦਿੰਦੇ ਹਾਂ ਜੀ ਕਿ ਸਿੱਖੀਜ਼ਮ ਇਕੱਲਾ ਰਿਲੀਜਨ ਹੈ ਜਿਸ ਵਿੱਚ ਕਿ ਇਕੁਐਲਿਟੀ ਹੈ ਔਰਤਾਂ ਨੂੰ, ਪਰ ਹਕੀਕਤ ਵਿੱਚ ਤਾਂ ਇਹ ਗੱਲ ਵੇਖਣ ਨੂੰ ਨਹੀਂ ਮਿਲਦੀ। ਗੁਰੂ ਸਾਹਿਬ ਦੇ ਸਮੇਂ ਵੀ ਕਦੀ ਕੁਝ ਐਸਾ ਹੀ ਚੀਜ਼ ਸਾਹਮਣੇ ਆਈ ਸੀ ਜਿਸ ਵਿੱਚ ਕਿ ਇਹ ਚੀਜ਼ ਜਿਹੜੀ ਇਹ ਭਾਰੂ ਹੋ ਗਈ ਬਾਅਦ ਦੇ ਵਿੱਚ ਸਾਡੀ ਸੋਚ ਦੇ ਵਿੱਚ ਕਿ ਅਸੀਂ ਔਰਤ ਨੂੰ ਲਫ਼ਜ਼ੀ ਤੌਰ 'ਤੇ ਤਾਂ ਕਹਿ ਦਿੱਤਾ ਕਿ ਇਹ ਬਰਾਬਰ ਹੈਗੀ ਹੈ, ਲੇਕਿਨ ਜਦੋਂ ਪ੍ਰੈਕਟੀਕਲ ਤੌਰ 'ਤੇ ਜੋ ਆਪਣੇ ਜੀਵਨ ਵਿੱਚ ਅਸੀਂ ਲਾਗੂ ਕਰ ਲਏ ਨਿਯਮ ਉਹ ਕੁਝ ਵੱਖਰੇ ਸੀ। ਦੇਖੋ, ਇਸ ਤਰ੍ਹਾਂ ਵਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਾਣ ਹੀ ਔਰਤ ਨੂੰ ਇੰਨਾ ਦਿੱਤਾ, ਜਦੋਂ ਆਤਮਾ ਨੂੰ ਜੀਵ ਇਸਤਰੀ ਕਿਹਾ ਤੇ ਪਰਮਾਤਮਾ ਨੂੰ ਪੁਰਖ ਕਿਹਾ ਜੀ। ਆਪਣੇ ਆਪ ਨੂੰ ਜੀਵ ਇਸਤਰੀ ਰੂਪ ਦੇ ਵਿੱਚ ਸਾਰੀ ਮਾਨਵਤਾ ਨੂੰ ਇਹ ਗੱਲ ਕਹੀ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਠੀਕ। ਪਰਮਾਤਮਾ ਨੂੰ ਪੁਰਖ ਰੱਖਿਆ, ਬਾਕੀ ਜਿੰਨੇ ਧਰਤੀ ਦੇ ਉੱਪਰ ਜੀਵ ਨੇ, ਭਾਵੇਂ ਉਹ ਮਨੁੱਖ ਆ ਤੇ ਭਾਵੇਂ ਉਹ ਔਰਤਾਂ ਵਾ, ਸਾਰਿਆਂ ਨੂੰ ਪਰਮਾਤਮਾ ਦੀਆਂ ਜੀਵ ਇਸਤਰੀਆਂ ਦੇ ਰੂਪ ਵਿੱਚ ਦਿੱਤਾ ਜੀ। ਹੁਣ ਅੰਦਾਜ਼ਾ ਇਹ ਲੱਗਦਾ ਇੱਥੋਂ ਕਿ ਜਦੋਂ ਪਿਆਰ ਦੀ ਗੱਲ ਕੀਤੀ, ਜੀਵ ਇਸਤਰੀ ਦੀ ਕੀਤੀ, ਇਹਦਾ ਮਤਲਬ ਕਿ ਔਰਤਾਂ ਵਿੱਚ ਮਮਤਾ ਤੇ ਪਿਆਰ ਇਹ ਦੋਵੇਂ ਪ੍ਰਫੁੱਲਤ ਆ। ਠੀਕ ਹੈ। ਇਸੇ ਕਰਕੇ ਔਰਤ ਨੂੰ ਕੇਂਦਰ ਬਿੰਦੂ ਕੀਤਾ ਗਿਆ ਜੀਵ ਇਸਤਰੀ ਦੇ ਰੂਪ ਦੇ ਵਿੱਚ, ਕਿਉਂਕਿ ਜਦੋਂ ਸੁਹਾਗਣ ਦੀ ਗੱਲ ਕੀਤੀ, ਕਿਤੇ ਆਖਿਆ ਵੀ ਇਹ ਹੈਗੀ ਆ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਔਰਤ ਜਿਹੜੀ ਹੈ ਇਹ ਰੱਬ ਦੇ ਨਾਲ ਜੁੜੀ ਹੋਈ ਮਾਂ ਦਾ ਰੂਪ ਆ। ਵੇਖੋ, ਨੰਬਰ 1 ਤੇ ਰੱਬ ਧਰਤੀ ਕ੍ਰੀਏਟ ਕਰਦਾ, ਸਾਰੀ ਦੁਨੀਆ ਕ੍ਰੀਏਟ ਕਰਦਾ, ਫਿਰ ਦੂਸਰੇ ਨੰਬਰ ਤੇ ਉਹਨੇ ਮਾਂ ਦਿੱਤੀ ਆ ਜੀ। ਮਾਂ ਕੁਦਰਤ ਤੇ ਉਸ ਨਿਯਮ ਨੂੰ, ਸੰਸਾਰ ਦੇ ਮਨੁੱਖ ਨੂੰ ਕ੍ਰੀਏਟ ਕਰਦੀ। ਪਰਮਾਤਮਾ ਸਾਰੇ ਇਨਵਾਇਰਮੈਂਟ ਨੂੰ ਕ੍ਰੀਏਟ ਕਰਦਾ, ਪੁਰਖਿਆ ਉਹ ਜੀ, ਤੇ ਔਰਤ ਰੂਪੀ ਜਿਹੜੀ ਮਾਂ ਵਾ ਉਹ ਸਾਨੂੰ ਕ੍ਰੀਏਟ ਕਰਦੀ। ਜਿੰਨੇ ਅਸੀਂ ਜੀਵ ਜੰਤੂ ਧਰਤੀ ਤੇ ਸਾਰੀ ਮਾਂ ਤੋਂ ਆਏ ਜੀ। ਪਰ ਤਰਾਸਦੀ ਇਹ ਹੋਈ ਕਿ ਜਿਹੜਾ ਪੁਰਾਤਨ ਸਮਾਂ ਸੀ ਉਹਦੇ ਵਿੱਚ ਔਰਤ ਨੂੰ ਸਭ ਤੋਂ ਕਿਸੇ ਨੇ ਪੈਰ ਦੀ ਜੁੱਤੀ ਕਿਹਾ, ਠੀਕ, ਕਿਸੇ ਨੇ ਆਖਿਆ ਬਾਗਣ ਜਿੰਦਰਾ ਬਾਗਣ ਬਿੰਦਲਾ ਬਾਗਣ ਹਮਰੀ ਕਾਇਆ, ਕਿਤੇ ਤੁਲਸੀਦਾਸ ਵਰਗਾ ਕਹਿੰਦਾ ਇਹ ਤਾੜਨ ਦੀ ਅਧਿਕਾਰੀ ਆ। ਈਵਨ ਇੱਥੋਂ ਤੱਕ ਕਿ ਹਿੰਦੂ ਮਤ, ਸਨਾਤਨ ਮਤ ਕਹਿੰਦਾ ਹੈ ਇਹ ਪੈਰ ਦੀ ਜੁੱਤੀ ਆ। ਕਿ ਮੈਨੂੰ ਇੱਕ ਅੰਗਰੇਜ਼ ਲਿਖਾਰੀ ਦੇ ਬੋਲ ਚੇਤੇ ਆ ਜਾਂਦੇ, ਉਹ ਕਹਿੰਦਾ ਇਹ ਰੱਬ ਦੀ ਅੱਧੀ ਜਿਹੜੀ ਆ, ਮਤਲਬ ਕਹਿ ਲਓ ਕਿ ਅੱਧੀ ਰੱਬ ਦੀ ਜਿਹੜੀ ਆ ਕਿ ਇਹ ਗਲਤੀ ਆ, ਤੇ ਅੱਧੀ ਰੱਬ ਦੀ ਜਿਹੜਾ ਵਾ ਕਿ ਅੱਧਾ ਪੱਖ ਜਿਹੜਾ ਵਾ ਇਹ ਰੱਬ ਦਾ ਸਹੀ ਆ। ਔਰਤ ਨੂੰ ਗਲਤੀ ਕਿਹਾ ਗਿਆ ਜੀ ਕਿ ਰੱਬ ਨੂੰ ਇਹ ਨਹੀਂ ਸੀ ਬਣਾਉਣੀ ਚਾਹੀਦੀ। ਈਵਨ ਇਸਲਾਮ ਮਤ ਵਾਲਿਆਂ ਨੇ ਵੀ ਮਸਜਿਦ ਵਿੱਚ ਔਰਤ ਨੂੰ ਵੜਨ ਤੇ ਰੋਕ ਲਾ ਦਿੱਤੀ, ਔਰਤ ਨਹੀਂ ਵੜ ਸਕਦੀ। ਹਰ ਪੱਖ ਤੋਂ ਔਰਤ ਨੂੰ ਨੀਵਾਂ ਪਾਇਆ ਗਿਆ ਜੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਮਾਂ ਆਇਆ, ਸੱਚੇ ਪਾਤਸ਼ਾਹ ਜੀ ਨੇ, ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਕੇਵਲ ਰਿਲੀਜੀਅਸ ਬਿਹਾਵ ਤੇ ਨਹੀਂ ਸੀ, ਉਹਨੇ ਰੂਹਾਨੀਅਤ ਦੀ ਗੱਲ ਕੀਤੀ, ਪਰ ਨਾਲ ਸਮਾਜ ਨੂੰ ਵੀ ਨੰਬਰ 1 ਤੇ ਰੱਖਿਆ ਜੀ। ਇੱਕ ਸਮਾਜਿਕ ਸੁਧਾਰਕ ਵੀ ਉਹ ਸਨ, ਉਹਨਾਂ ਨੇ ਸਮਾਜ ਦਾ ਵੀ ਸੁਧਾਰ ਕੀਤਾ ਜੀ। ਉਹਨਾਂ ਨੇ ਵੇਖਿਆ ਔਰਤ ਨੂੰ ਹਰ ਪੱਖ ਤੋਂ ਨੀਵਾਂ ਦਰਜਾ ਦਿੱਤਾ ਜਾ ਰਿਹਾ। ਫਿਰ ਪਾਤਸ਼ਾਹ ਗੁਰਦੇਵ ਜੀ ਮਹਾਰਾਜ ਜੀ ਨੇ ਸਿੱਧੀ ਗੱਲ ਕਹੀ, ਕਹਿੰਦੇ ਭੰਡ ਜੰਮੀਏ ਭੰਡ ਨਿਮੀਏ। ਭੰਡ ਦਾ ਅਰਥ ਇੱਥੇ ਔਰਤ ਆ ਜੀ,
ਇੱਕ ਭੰਡ ਸ਼ਬਦ ਆਪਾਂ ਉਹਨੇ ਜਿਹਦੇ ਹਾਸ ਰਸ ਵਾਸਤੇ ਉਹਨੇ ਭੰਡ ਆ, ਪਰ ਇੱਥੇ ਭੰਡ ਸ਼ਬਦ ਔਰਤ ਵਾਸਤੇ ਵਰਤਿਆ ਗਿਆ। ਕਹਿੰਦੇ ਭੰਡ ਤੋਂ, ਔਰਤ ਤੋਂ ਜਨਮਿਆ ਸਾਰੇ ਸੰਸਾਰ ਦਾ, ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਬੰਦਾ ਔਰਤ ਦੀ ਦੋਸਤੀ ਭਾਲਦਾ। ਜੋ ਜਿੰਨੇ ਵੀ ਪੁਰਸ਼ ਆ ਦੁਨੀਆ 'ਚ ਜੀ ਆਦਿ ਕਾਲ ਤੋਂ ਵੇਖ ਲਓ ਔਰਤ ਦੇ ਨਾਲ ਜੁੜੇ ਰਹੇ ਆ। ਕਈਆਂ ਦੀਆਂ 10-10 ਪਤਨੀਆਂ, ਜੀ ਕਈਆਂ ਦੀਆਂ 15-15 20-20 ਔਰਤਾਂ। ਇਹਦਾ ਮਤਲਬ ਬੰਦਾ ਔਰਤ ਤੋਂ ਬਿਨਾਂ ਨਹੀਂ ਰਹਿ ਸਕਦਾ ਜੀ। ਔਰਤ ਉਹਦੀ ਜ਼ਿੰਦਗੀ ਦਾ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੈ। ਗੁਰੂ ਸਾਹਿਬ ਕਹਿੰਦੇ ਔਰਤ ਨੂੰ ਫਿਰ ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ। ਔਰਤ ਮਰਦੀ ਆ, ਬੰਦਾ ਦੂਜੀ ਔਰਤ ਭਾਲਦਾ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਫਿਰ ਕਹਿੰਦੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਕਿਉਂ ਉਹਨੂੰ ਮਾੜਾ ਕਿੰਨਾ ਜਿੱਤੋਂ ਰਾਜੇ ਵਰਗੇ ਮਹਾਂਪੁਰਖ ਜਾਂ ਕਹਿ ਲਓ ਸੰਸਾਰ ਦੀ ਤਬਦੀਲੀ ਤਾਰੀਕਾਂ ਬਦਲਣ ਵਾਲੇ ਲੋਕ ਪੈਦਾ ਹੋਏ। ਹੌਲੀ ਹੌਲੀ ਇਸ ਤਰ੍ਹਾਂ ਹੋਇਆ, ਹਿੰਦੂਵਾਦ ਸਨਾਤਨ ਮਤ ਸਿੱਖੀਜ਼ਮ ਦੇ ਵਿੱਚ ਘਰ ਕਰ ਗਿਆ। ਇਹਦੇ ਵਿੱਚ ਵੀ ਉਹੀ ਚੀਜ਼ਾਂ ਆ ਗਈਆਂ ਔਰਤ ਨੂੰ ਨੀਵਾਂ ਪਾਉਣ ਦੀਆਂ। ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ, ਘੁੰਡ ਪ੍ਰਥਾ ਦੀ ਗੱਲ ਬੰਦ ਕੀਤੀ। ਅੱਜ ਮੈਂ ਕਹਿੰਦਾ ਵਾਂ ਕਿ ਅੱਜ ਅਸੀਂ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿੰਦੇ ਹਾਂ। ਅੱਜ ਕਈ ਪਿੰਡਾਂ ਦੇ ਵਿੱਚ, ਰਾਜਸਥਾਨ ਦੇ ਪਿੰਡਾਂ 'ਚ ਕਈ ਟੀਵੀ ਦੇ ਉੱਤੇ ਸੀਰੀਅਲ ਬਣਾ ਕੇ ਉਸ ਸਮੇਂ ਦੇ ਰੂੜੀਵਾਦੀ ਖਿਆਲ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਔਰਤ ਬਰਾਬਰ ਆ। ਸਾਹਿਬ ਕਹਿੰਦੇ ਵੀ ਔਰਤ ਤੂੰ ਘੁੰਡ ਕਾਹਤੋਂ ਕੱਢਦੀ ਆ, ਹੈ ਨਾ। ਤੇ ਉਹ ਕਹਿੰਦੀ ਵੀ ਮੇਰੇ ਸਾਡਾ ਰਿਵਾਜ ਆ। ਸਾਹਿਬ ਕਹਿੰਦੇ ਵੀ ਨਹੀਂ। ਰਾਣੀ ਨੂੰ ਆਖਿਆ ਵੀ ਤੇ ਘੁੰਡ ਮੈਂ ਵੀ ਤੇਰਾ ਪਿਓ ਦੇ ਸਮਾਨ ਆ, ਆਪਣੇ ਪਿਓਆਂ ਤੋਂ ਕਦੇ ਘੁੰਡ ਨਹੀਂ ਕੱਢੀਦਾ। ਘੁੰਡ ਪ੍ਰਥਾ ਦੀ ਨਿਖੇਧੀ ਕੀਤੀ, ਸਤੀ ਪ੍ਰਥਾ ਦਾ ਵਿਰੋਧ ਕੀਤਾ। ਇਹ ਸਾਰਾ ਕਰਨ ਦਾ ਮਤਲਬ ਇਹ ਸੀ ਕਿ ਔਰਤ ਨੂੰ ਬਰਾਬਰ ਦਰਜਾ ਦਿੱਤਾ ਹੈ। ਫਿਰ ਈਵਨ ਇੱਥੋਂ ਤੱਕ ਜਦੋਂ 52 ਪੀੜ੍ਹੇ 22 ਮੰਜੀਆਂ ਧਰਮ ਪ੍ਰਚਾਰ ਦੇ ਕੇਂਦਰ ਵਾਸਤੇ ਪਾਤਸ਼ਾਹ ਜੀ ਨੇ ਨੀਅਤ ਕੀਤੇ, ਉਹਦੇ ਵਿੱਚ ਬਕਾਇਦਾ 3 ਪੀੜ੍ਹੀਆਂ ਔਰਤਾਂ ਨੂੰ ਦਿੱਤੀਆਂ ਗਈਆਂ। ਤੁਸੀਂ ਵੇਖੋ ਅੱਜ ਧਰਮ ਪ੍ਰਚਾਰ। ਫਿਰ ਮੈਂ ਇੱਥੇ ਗੱਲ ਇੱਕ ਹੋਰ ਕਰਨੀ ਚਾਹੁੰਦਾ, ਸਿੱਖੀਜ਼ਮ ਦੇ ਵਿੱਚ ਜੀ ਔਰਤ ਨੂੰ ਪ੍ਰਚਾਰਕ ਸਥਾਪਿਤ ਕੀਤਾ ਗਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜੀ, ਕਿਉਂਕਿ ਔਰਤ ਦੇ ਨਾਲ ਛੇਤੀ ਤਾਲਮੇਲ ਕਰ ਲੈਂਦੀ ਹੈ। ਅੱਜ ਸਾਡੀ ਕੌਮ ਦੇ ਵਿੱਚ ਕਿੰਨੀਆਂ ਕੁ ਔਰਤ ਬੱਚੀਆਂ ਨੂੰ ਅਸੀਂ ਪ੍ਰਚਾਰਕ ਬਣਾਇਆ, ਠੀਕ ਹੈ। ਤੇ ਜੇ ਕਿਤੇ ਕੋਈ ਕੀਰਤਨੀਆਂ ਬਣੀਆਂ, ਅਸੀਂ ਇੱਕ ਹਦਾਇਤ ਅੱਜ ਇੱਥੋਂ ਤੱਕ ਕਰ ਦਿੱਤੀ ਹੈ ਵੀ ਖਾਸ ਜਗ੍ਹਾ ਦੇ ਉੱਤੇ ਕੇਵਲ ਬੰਦੇ ਕੀਰਤਨ ਕਰ ਸਕਦੇ ਆ, ਬਿਲਕੁਲ ਔਰਤ ਉੱਥੇ ਨਹੀਂ ਵੜ ਸਕਦੀ। ਇੱਕ ਬੰਦੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਵੀ ਸਾਰੇ ਬਰਾਬਰ ਆ, ਅਸੀਂ ਗੁਰਮਤਿ ਸਿਧਾਂਤ ਨੂੰ ਗਲਤ ਕਰੀ ਜਾ ਰਹੇ ਹਾਂ। ਬਾਕੀ ਗੁਰਦੁਆਰਿਆਂ ਵਿੱਚ ਉਸੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬਹਿ ਕੇ ਬੀਬੀਆਂ ਕੀਰਤਨ ਕਰ ਰਹੀਆਂ। ਸਿੱਖ ਕੌਮ ਦਾ ਪਹਿਲਾ ਜਥਾ ਬੀਬੀ ਤਲਵਾੜੇ ਵਾਲੀਆਂ ਦਾ, ਬੀਬੀ ਬਲਜੀਤ ਕੌਰ ਤਲਵਾੜੇ ਵਾਲੀ ਦਾ ਸੀ ਜੀ। ਸਿੱਖ ਕੌਮ ਦੀ ਪਹਿਲੀ ਜਿਹੜੀ ਆ ਪ੍ਰਧਾਨ ਨੀਅਤ ਕੀਤੀ ਗਈ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ। ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣ ਸਕਦੀ ਆ, ਬੀਬੀ ਤਲਵਾੜੇ ਵਾਲੀ ਕੀਰਤਨ ਕਰ ਸਕਦੀ ਆ, ਫਿਰ ਉਸ ਸੱਚੇ ਪਾਤਸ਼ਾਹ ਦੀ ਜਗ੍ਹਾ ਦੇ ਉੱਤੇ ਬਹਿ ਕੇ ਕਿਉਂ ਨਹੀਂ ਕੀਰਤਨ ਕਰ ਸਕਦੀ? ਬਿਲਕੁਲ ਸਹੀ। ਜੇ ਅੱਜ ਅਸੀਂ ਉਹਨਾਂ ਨੂੰ ਕੀਰਤਨ, ਇਹ ਹਿੰਦੂ ਪ੍ਰਥਾ ਦਾ ਸਨਾਤਨ ਮਤ ਦੀ ਗੱਲ ਆ। ਉਹਨਾਂ ਨੇ ਆਖਿਆ ਸੀ ਔਰਤ ਨਹੀਂ ਇੱਥੇ ਵੜਨੀ ਚਾਹੀਦੀ। ਅੱਜ ਤੱਕ ਰੂਪ ਤੇ ਬਦਲ ਗਿਆ, ਦਸਤਾਰਾਂ ਵੱਜ ਗਈਆਂ, ਪਰ ਅੱਜ ਤੱਕ ਸੋਚ ਉਹੀ ਆ, ਔਰਤ ਨੂੰ ਨਹੀਂ ਕੀਰਤਨ ਕਰਨ ਦਾ ਥਾਂ ਦਿੱਤਾ ਗਿਆ। ਰਾਈਟ, ਇਹੀ ਇੰਪੋਰਟੈਂਟ ਗੱਲ ਜਿੱਥੇ ਤੁਸੀਂ ਛੇੜੀ ਇਸ ਤੋਂ ਪਹਿਲਾਂ ਕਿ ਪੰਜਾਬ ਵਿੱਚ ਜ਼ਿਆਦਾਤਰ ਸਿੱਖ ਰਹਿੰਦੇ ਹੈਗੇ ਨੇ, ਐਂਡ ਉੱਥੇ ਇਸ ਸਮੇਂ ਜੇਕਰ ਅਸੀਂ ਹਿੰਦੁਸਤਾਨ ਨੂੰ ਕੰਪੇਅਰ ਕਰੀਏ ਤਾਂ ਫੀਟੀਸਾਈਡ ਜਿਹੜੀ ਕਿ ਹੈਗੀ ਗਰਭ ਵਿੱਚ ਹੀ ਮਾਰ ਦੇਣਾ ਬੱਚਿਆਂ ਨੂੰ, ਇਹ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਹੋ ਰਿਹਾ ਹੈਗਾ। ਕਿਉਂਕਿ ਕੁੜੀ ਹੈ, ਇਸ ਕਰਕੇ ਉਹ ਕੁੜੀ ਮਾਰ ਜਿਹੜਾ ਹੈਗਾ। ਐਂਡ ਈਵਨ ਬੀਬੀ ਜਗੀਰ ਕੌਰ ਦੀ ਵੀ ਜਿਹੜੀ ਤੁਸੀਂ ਗੱਲ ਕੀਤੀ, ਸਭ ਨੂੰ ਪਤਾ ਹੈ ਜੋ ਕੁਝ ਹੋਇਆ। ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਹੈਗਾ ਕਿ ਇਹ ਜਿਹੜੀ ਸੋਚ ਭਾਰੂ ਹੋਈ, ਅਲਟੀਮੇਟਲੀ ਤਾਂ ਠੀਕ ਹੈ ਕਿ ਇਹ ਸੋਚ ਜਿਹੜੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਭਾਰੂ ਹੋ ਗਈ, ਪਰ ਗੁਰੂ ਦਾ ਸਿਧਾਂਤ ਤਾਂ ਬੜਾ ਸਿੰਪਲ ਸੀ। 500 ਸਾਲ ਦਾ ਸਮਾਂ ਕੋਈ ਸਮਾਂ ਨਹੀਂ ਹੁੰਦਾ ਕਿਸੇ ਧਰਮ ਦੇ ਵਿੱਚ, ਲੇਕਿਨ ਇੰਨੀ ਛੇਤੀ ਅਸੀਂ ਮੁਨਕਰ ਹੋ ਗਏ ਉਸ ਚੀਜ਼ ਤੋਂ ਜਿਹੜੀ ਕਿ ਸਾਡੀ ਬੁਨਿਆਦੀ ਸਿਧਾਂਤ ਸੀ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਕਹਿਣ ਤੱਕ ਤੇ ਅਸੀਂ ਬੜਾ ਉੱਚੀ ਨਾਅਰੇ ਮਾਰ ਦਿੰਦੇ ਹਾਂ। ਜਦੋਂ ਕੋਈ ਡਿਸਕਸ਼ਨਸ ਹੁੰਦੀਆਂ ਉੱਥੇ ਅਸੀਂ ਸਿੱਖ ਬੜੇ ਹੱਲੇ ਮਾਰ ਕੇ ਕਹਿੰਦੇ ਕਿ ਜੀ ਅਸੀਂ ਤਾਂ ਔਰਤ ਨੂੰ ਪੂਰਾ ਬਰਾਬਰ ਦਾ ਦਰਜਾ ਦਿੰਦੇ ਹਾਂ। ਪਰ ਇਹ ਜਿਹੜਾ ਹੁਣ ਨਵਾਂ ਕੌਨਸੈਪਟ ਜਿਹੜਾ ਸ਼ੁਰੂ ਹੋ ਗਿਆ, ਨਵਾਂ ਇਨ ਦਾ ਸੈਂਸ ਕਿ ਪਹਿਲਾਂ ਵੀ ਹੁੰਦਾ ਸੀ ਕਿ ਕੁੜੀਆਂ ਨੂੰ ਗਲੇ 'ਚ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਕੁਝ ਹੋਰ ਤਰੀਕਿਆਂ ਨਾਲ, ਲੇਕਿਨ ਅੱਜ ਇਹ ਬੜੀ ਤੇਜ਼ੀ ਨਾਲ ਇਹ ਜਿਹੜੀ ਸੋਚ ਹੈ ਇਹ ਜਾਦੂ ਭਾਰੂ ਹੋ ਗਈ। ਵੇਖੋ ਵੀਰ ਜੀ, ਅਸੀਂ ਬਹੁਤ ਯਤਨ ਕਰ ਰਹੇ ਹਾਂ ਇਸ ਪੱਧਰ 'ਤੇ। ਪੰਜਾਬ ਦੇ ਵਿੱਚ ਵੀ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬਹੁਤਾਤ ਮੈਂ ਇਹਦੀ ਗੱਲ ਕਰਾਂ ਜੀ। ਵੇਖੋ ਕਾਰਨ ਇਹ ਕਿ ਬੰਦਾ ਨੀਗਾ ਔਰਤ ਦਾ ਦੁਸ਼ਮਣ। ਮੈਂ ਇੱਥੇ ਗੱਲ ਕਹਿਣੀ ਚਾਹੁੰਦਾ, ਔਰਤ ਦੀ ਔਰਤ ਦੁਸ਼ਮਣ ਹੈ। ਰਾਈਟ, ਮਾਫ ਕਰਨਾ। ਭਰੂਣ ਹੱਤਿਆ ਜਿਹੜੀ ਅੱਜ ਹੋ ਰਹੀ ਆ, ਉਹਦੇ ਪਿੱਛੇ ਬਹੁਤਾਤ ਕਾਰਨ ਔਰਤ ਆ ਜੀ। ਉਹ ਕਿਤੇ ਸੱਸ ਦੇ ਰੂਪ 'ਚ ਆ, ਕਿਤੇ ਆਲੇ ਦੁਆਲੇ ਦੇ ਲੋਕਾਂ ਦੇ ਰੂਪ 'ਚ ਆ ਜੀ। ਕਿਉਂਕਿ ਅੱਜ ਧੀ ਨੂੰ ਜੰਮਣ ਦਾ ਅਧਿਕਾਰ ਕਿਉਂ ਨਹੀਂਗਾ? ਕਿਉਂਕਿ ਅੱਜ ਉਹੀਓ ਸੋਚ ਖਲੋਤੀ ਆ ਕਿ ਜੇ ਧੀ ਜੰਮ ਪਈ ਇਹਦੀ ਸਾਨੂੰ ਸੁਰੱਖਿਆ ਕਰਨੀ ਪੈਣੀ ਆ। ਬੰਦਾ ਨਲਾਇਕ ਨਿਕਲ ਆਵੇ, ਬੰਦਾ ਪ੍ਰਵਾਨ ਆ,
ਹੋ ਸਕਦਾ ਕਿਤੇ ਉਹਦਾ ਚਲੋ ਪਰਵਰਿਸ਼ ਉਹਨੂੰ ਤੇ ਸਮਝਾਇਆ ਜਾ ਸਕਦਾ ਜੀ। ਉਹਨੂੰ ਇਹ ਥੋੜੀ ਕਿ ਇੱਕ ਦੇ ਦੋਸ਼ ਕਰਕੇ ਸਾਰਿਆਂ ਨੂੰ ਮਾਰਨ ਲੱਗ ਪਓ। ਰਾਈਟ। ਅੱਜ ਸਭ ਤੋਂ ਜ਼ਿਆਦਾ ਪਰਸੈਂਟੇਜ ਭਰੂਣ ਹੱਤਿਆ ਦੀ ਸਾਡੇ ਕੌਮ 'ਚ ਆ, ਸਾਡੇ ਪੰਜਾਬੀਅਤ ਵਿੱਚ ਕੀਤੀ ਜਾ ਰਹੀ ਹੈ, ਸਿੱਖਾਂ 'ਚ ਕੀਤੀ ਜਾ ਰਹੀ ਹੈ। ਤੇ ਮੈਂ ਕਹਿੰਦਾ ਹੁੰਦਾ ਜਿਹੜੀ ਕੌਮ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲਦੀ ਤੇ ਧੀਆਂ ਨੂੰ ਨਹੀਂ ਸੰਭਾਲਦੀ ਜੀ, ਉਹ ਕੌਮ ਗੱਲੀ ਬਾਤੀ ਤੇ ਜੋ ਮਰਜ਼ੀ ਕਰ ਲਵੇ, ਪਰ ਆਪਣੀ ਕੌਮ ਆਪਣੇ ਦੇਸ਼ ਵਾਸਤੇ ਉਹ ਕੁਝ ਨਹੀਂ ਕਰ ਸਕਦੀ, ਉਹ ਕੌਮ ਸਟੈਂਡ ਨਹੀਂ ਰਹਿ ਸਕਦੀ। ਰਾਈਟ। ਅੱਜ ਸਾਡੀ ਕੌਮ ਦੇ ਬਜ਼ੁਰਗ ਸੜਕਾਂ ਤੇ ਰੁਲਦੇ ਪਏ ਆ। ਰਾਈਟ। ਤੇ ਸਾਡੀਆਂ ਧੀਆਂ ਗਾਰਬਿਆਂ ਦੇ ਵਿੱਚੋਂ ਲੱਭੀਆਂ ਜਾਂਦੀਆਂ। ਸੋ ਔਰਤਾਂ ਦਾ ਬੜਾ ਵੱਡਾ ਕਾਰਨ ਤੁਸੀਂ ਕਿਹਾ ਕਿ ਉਹ ਸੋਚ ਜਿਹੜੀ ਹੈਗੀ ਕਿ ਇੱਕ ਲੜਕਾ ਹੀ ਜਿਹੜਾ ਵੰਸ਼ ਨੂੰ ਅੱਗੇ ਚਲਾ ਸਕਦਾ ਹੈ, ਪਰ ਉਸ ਤੋਂ ਇਲਾਵਾ ਜਿਹੜੇ ਅਸੀਂ ਸੋਸ਼ਲ ਇਹ ਰਿਵਾਜ਼ ਕ੍ਰੀਏਟ ਕਰ ਦਿੱਤੇ, ਦਹੇਜ ਦਾ ਹੋ ਗਿਆ ਤੇ ਵਿਆਹਾਂ ਦੇ ਉੱਤੇ ਜਿਸ ਤਰੀਕੇ ਨਾਲ ਹੁਣ ਇੱਕ ਜਿੰਨਾ ਖਰਚਾ ਅਸੀਂ ਕਰ ਦਿੰਦੇ ਹਾਂ, ਇੱਕ ਆਮ ਵਿਅਕਤੀ ਜੋ ਹੈ ਉਹ ਕਿੱਥੋਂ ਕਰੇਗਾ? ਤੇ ਸ਼ਾਇਦ ਇਹ ਵੀ ਕੀ ਸਮਝਦੇ ਹੋ ਕਾਰਨ ਹੈ ਕਿ ਉਸ ਨੂੰ ਮਜਬੂਰ ਹੋਣਾ ਪੈਂਦਾ ਹੈ ਇਹੋ ਜਿਹੇ ਯਤਨ ਕਰਨ ਲਈ। ਤੁਸੀਂ ਯਕੀਨ ਕਰੋ, ਮੈਂ ਕਹਿੰਦਾ ਵੀ ਧੀ ਜੰਮਣੀ ਨਾ ਅੱਜ ਇੱਕ ਵਾਸਤੇ ਖਤਰਨਾਕ, ਅੱਜ ਘੰਟੀ ਇਹੋ ਜਿਹੀ ਸਮਾਜ ਨੇ ਇਹੋ ਜਿਹੀਆਂ ਚਾਲਾਂ ਬਣਾਈਆਂ, ਜਿਹੜਾ ਧੀ ਦਾ ਬਾਬਲ ਆ ਜੀ, ਉਹ ਵਿਚਾਰਾ ਸਾਰੀ ਉਮਰ ਗੁਲਾਮ ਹੀ ਰਹਿੰਦਾ। ਧੀ ਦੇ ਘਰ ਪਹਿਲੀ ਗੱਲ ਤੇ ਜੇ ਧੀ ਦਾ ਉਹਨੇ ਰਿਸ਼ਤਾ ਕਰਨਾ ਤਾਂ ਉਹਨੇ ਕੁਝ ਦੇ ਕੇ ਤੋਰਨਾ ਜੀ। ਧੀ ਦਾ ਵਿਆਹ ਹੋ ਗਿਆ ਤਾਂ ਸਭ ਕੁਝ ਹੱਥ ਜੋੜ ਕੇ ਖਲੋਤਾ ਦੇ ਰਿਹਾ ਉਹ। ਫਿਰ ਧੀ ਤੁਸੀਂ ਵੇਖੋ, ਫਿਰ ਧੀ ਦੇ ਘਰ ਕੋਈ ਜੰਮ ਪਿਆ, ਕੋਈ ਔਲਾਦ ਆ ਗਈ, ਫਿਰ ਉਹਨੇ ਟਿਪੇਟੀ ਚੁੱਕੀ ਆ, ਸਮਾਨ ਚੁੱਕਿਆ, ਫਿਰ ਧੀ ਦੇ ਘਰ। ਫਿਰ ਜੇ ਕਿਤੇ ਰੱਬ ਦੇਵ ਨੇਤ ਨਾਲ ਕਿਤੇ ਮਿਸ ਹੈਪਨਿੰਗ ਕਿਤੇ ਧੀ ਦੇ ਘਰ ਹੋ ਗਈ ਆ, ਫਿਰ ਉਹ ਪੰਡਾਂ ਦੀਆਂ ਪੰਡ ਸੂਟਾਂ ਦੇ ਬਣ ਕੇ ਫਿਰ ਲੈ ਕੇ ਚੱਲਿਆ ਜੀ। ਮੈਂ ਕਹਿੰਦਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ, ਕਿੱਧਰ ਨੂੰ ਤੁਰੇ ਹਾਂ। ਤੇ ਦੂਜੀ ਗੱਲ, ਜਿਹੜਾ ਪੁਰਖ ਪ੍ਰਧਾਨ ਸਮਾਜ, ਜਿਹੜਾ ਸਾਡੀ ਔਰਤਾਂ ਦੇ ਵਿੱਚ ਜਿਹੜੇ ਕਹਿੰਦੇ ਬੰਦੇ ਨੰਬਰ 1 ਤੇ ਆ ਜੀ, ਬੰਦੇ ਦੀ ਚੱਲਣੀ ਚਾਹੀਦੀ ਆ, ਅੱਜ ਦੇ ਜ਼ਮਾਨੇ ਵਿੱਚ ਇਹ ਗੱਲ ਅਸੀਂ ਨਹੀਂ ਕਹਿ ਸਕਦੇ ਜੀ। ਜਿੰਨਾ ਬ੍ਰਿਲੀਅੰਟ ਦਿਮਾਗ ਇੱਕ ਔਰਤ ਦਾ। ਅੱਜ ਦੀ ਕੀ ਗੱਲ, ਮੈਂ ਕਹਿੰਦਾ ਝਾਂਸੀ ਵਾਲੀ ਰਾਣੀ ਦੀ ਗੱਲ ਅੱਜ ਕੀਤੀ ਜਾ ਰਹੀ ਆ। ਇਸ ਤੋਂ ਪਹਿਲਾਂ ਮਾਤਾ ਭਾਗ ਕੌਰ ਦੀ ਗੱਲ ਕਿਉਂ ਨਹੀਂ ਸਾਡੀ ਕੌਮ ਕਰਦੀ? ਮਾਤਾ ਸਾਹਿਬ ਕੌਰ, ਮਾਤਾ ਸਾਹਿਬ ਕੌਰ, ਸਾਰੀਆਂ ਮਾਤਾ ਖੀਵੀ ਜੀ। ਵੇਖੋ ਮੈਂ ਇੱਕ ਗੱਲ ਕਹਿਣਾ ਹੁੰਦਾ, ਸਤਿਗੁਰੂ ਗੁਰਦੇਵ ਜੀ ਦੇ ਘਰ ਤੋਂ ਮੈਂ ਗੱਲ ਸ਼ੁਰੂ ਕਰਾਂ। ਰਾਈਟ। ਇਸ ਤੋਂ ਪਹਿਲਾਂ ਕਿ ਇਸ ਜਿਹੜਾ ਤੁਸੀਂ ਇਸ ਇਸ਼ੂ ਨੂੰ ਲੈਣ ਜਾ ਰਹੇ ਹੋ, ਇੱਕ ਛੋਟਾ ਜਿਹਾ ਸਮਾਂ ਬ੍ਰੇਕ ਦਾ ਲੈ ਲਈਏ, ਫਿਰ ਵਾਪਸ ਆ ਕੇ ਗੱਲਬਾਤ ਕਰਦੇ ਹਾਂ। ਸੋ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆਨੇ ਤੇ ਹਰਮਨਪ੍ਰੀਤ ਸਿੰਘ ਨਾਲ ਜਿਹੜਾ ਇਹ ਵਿਸ਼ਾ ਲੈ ਕੇ ਆ ਰਹੇ ਨੇ, ਇਸ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ।